बाप बेटा तुरबाना ते आमैन। सब भैन भरावां ਨੂੰ ਯਿਸੂ ਮਸੀਹ ਦੀ ਸਲਾਮ। ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਫਿਰ ਅੱਜ ਦਾ ਦਿਨ ਅੱਜ ਦਾ ਸਮਾਂ ਦਿੱਤਾ ਹੈ ਕਿ ਅਸੀਂ ਉਸ ਦੀ ਮਹਿਮਾ ਦੀ ਵਡਿਆਈ ਕਰੀਏ, ਉਸ ਦਾ ਧੰਨਵਾਦ ਕਰੀਏ ਕਿ ਪ੍ਰਭੂ ਦੇ ਪਿੱਤਰ ਚਰਨ ਚੜ੍ਹ ਕੇ ਦੁਆਵਾਂ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਕਿ ਅਸੀਂ ਪਿਤਾ ਪਰਮੇਸ਼ਰ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ ਔਰ ਸਮਝ ਸਕੀਏ। ਮੇਰੇ ਭੈਣ ਭਰਾ, ਅੱਜ ਸੰਤ ਥਾਮਸ ਦੀ ਫੀਸਟ ਹੈ, ਦ ਅਪੋਸਲ ਆਫ ਇੰਡੀਆ। ਇਸ ਲਈ ਅਸੀਂ ਅੱਜ 3-4 ਰੀਡਿੰਗ ਦੇ ਜੋ ਵੀ ਵਚਨ ਦਿੱਤੇ ਗਏ ਹਨ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਫਸ਼ੀਆਂ ਚੈਪਟਰ 2 19 ਤੋਂ 22 ਐਤਾਂ। Ephesians chapter 2 verses 19 till 22, a temple for the Lord। ਮੇਰੇ ਭੈਣ ਭਰਾਵੋ, ਸੰਤ ਪੌਲੁਸ ਆਪਣੇ ਖਤ ਵਿੱਚ ਹਬਸ਼ੀਆਂ ਦੇ ਲੋਕਾਂ ਨੂੰ ਲਿਖ ਕੇ ਸਿੱਖਿਆ ਦਿੰਦਾ ਹੈ ਕਿ ਅਸੀਂ ਹੁਣ ਪਰਦੇਸੀ ਜਾਂ ਵਿਦੇਸ਼ੀ, ਯਹੂਦੀ ਜਾਂ ਗੈਰ ਯਹੂਦੀ ਨਹੀਂ ਹਾਂ। ਪ੍ਰਭੂ ਯਿਸੂ ਰਾਹੀਂ ਅਸੀਂ ਸਭ ਉਸ ਦੀ ਸੰਗਤ ਅਤੇ ਟੱਬਰ ਦੇ ਅੰਗ ਬਣ ਗਏ ਹਾਂ। ਅਸੀਂ ਹੁਣ ਉਸ ਇਮਾਰਤ ਦੇ ਅੰਗ ਹੋ ਜਿਸ ਦੀ ਨੀਂਹ ਰਸੂਲ ਅਤੇ ਨਬੀ ਹਨ। ਅਸੀਂ ਸਭ ਜੋ ਪਰਮੇਸ਼ਰ ਯਿਸੂ ਪਰ ਵਿਸ਼ਵਾਸ ਕਰਦੇ ਹਾਂ, ਪਵਿੱਤਰ ਆਤਮਾ ਰਾਹੀਂ ਪਰਮੇਸ਼ਰ ਵਿੱਚ ਇੱਕ ਹਾਂ। ਪ੍ਰਭੂ ਯਿਸੂ ਦੇ ਰਾਜ ਦੀ ਸਥਾਪਨਾ ਕਰਨ ਲਈ ਸਭ ਮਿਲ ਕੇ ਪ੍ਰਭੂ ਪਰਮੇਸ਼ਰ ਦਾ ਕੰਮ ਕਰ ਰਹੇ ਹਾਂ। ਪ੍ਰਭੂ ਦਾ ਪਵਿੱਤਰ ਆਤਮਾ ਸਾਡੇ ਸਭ ਦੇ ਵਿੱਚ ਰਹਿੰਦਾ ਹੈ ਕਿ ਅਸੀਂ ਦੂਜਿਆਂ ਨੂੰ ਪਰਮੇਸ਼ਰ ਦਾ ਪਿਆਰ ਦਿਖਾਈਏ, ਸਭ ਨਾਲ ਸ਼ਾਂਤੀਪੂਰਵਕ ਰਹੀਏ। ਅਸੀਂ ਸਭ ਪਰਮੇਸ਼ਰ ਦੇ ਰਾਜ ਦੇ ਨਾਗਰਿਕ ਹਾਂ। ਇਸ ਲਈ ਸਭ ਭੈਣ ਭਰਾ, ਜਿਸ ਤਰ੍ਹਾਂ ਸੰਤ ਪੌਲੁਸ ਨੇ ਪ੍ਰਭੂ ਦਾ ਕੰਮ ਕੀਤਾ ਹੈ, ਪ੍ਰਭੂ ਦੇ ਲਈ ਬਹੁਤ ਮੁਸ਼ਕਲਾਂ ਸਹਿ ਕੇ ਪ੍ਰਭੂ ਪਰਮੇਸ਼ਰ ਦੇ ਵਚਨਾਂ ਨੂੰ ਦੂਸਰਿਆਂ ਤੱਕ ਪਹੁੰਚਾਇਆ ਕਿ ਅਸੀਂ ਵੀ ਪ੍ਰਭੂ ਦਾ ਇਸੇ ਤਰ੍ਹਾਂ ਕੰਮ ਕਰਦੇ ਰਹੀਏ। ਚੇਲਿਆਂ ਦੇ ਕਰਤੱਵ ਚੈਪਟਰ 10 24 ਤੋਂ 35 ਐਤਾਂ ਵਿੱਚ ਦੱਸਿਆ ਗਿਆ ਕਿ ਜਦੋਂ ਪਤਰਸ ਕਰਨੇਲੀਅਸ ਦੇ ਘਰ ਗਿਆ ਤੇ ਉਸਨੇ ਦੱਸਿਆ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ। ਪਰਮੇਸ਼ਰ ਦੀ ਨਜ਼ਰਾਂ ਵਿੱਚ ਸਭ ਬਰਾਬਰ ਹਨ। ਕਰਨੇਲੀਅਸ ਗੈਰ ਯਹੂਦੀ ਸੀ। ਪਰਮੇਸ਼ਰ ਨੇ ਵੀ ਉਸ ਦੀ ਪ੍ਰਾਰਥਨਾ ਸੁਣੀ ਕਿਉਂਕਿ ਉਹ ਪਰਮੇਸ਼ਰ ਤੋਂ ਡਰਦਾ ਸੀ, ਭਲੇ ਕੰਮ ਕਰਦਾ ਸੀ। ਪਰਮੇਸ਼ਰ ਨੇ ਉਸ ਨੂੰ ਸਵੀਕਾਰ ਕੀਤਾ। ਪ੍ਰਭੂ ਯਿਸੂ ਸਭ ਸੰਸਾਰ ਦੇ ਕੌਮਾਂ ਲਈ ਸਲੀਬ ਉੱਪਰ ਚੜ੍ਹੇ। ਜੋ ਵੀ ਉਸ ਪਰ ਵਿਸ਼ਵਾਸ ਕਰਦਾ ਹੈ, ਪਰਮੇਸ਼ਰ ਦੇ ਵਚਨ ਨੂੰ ਪੜ੍ਹਦਾ ਹੈ, ਪ੍ਰਭੂ ਪਰਮੇਸ਼ਰ ਉਹਨਾਂ ਸਭ ਨੂੰ ਪਵਿੱਤਰ ਆਤਮਾ ਦਾ ਵਰਦਾਨ ਦਿੰਦਾ ਹੈ। ਅਸੀਂ ਸਭ ਮਿਲ ਕੇ ਪ੍ਰਭੂ ਪਰਮੇਸ਼ਰ ਦੇ ਰਾਜ ਦੇ ਵਿਕਾਸ ਲਈ ਕੰਮ ਕਰਦੇ ਹਾਂ। ਪ੍ਰਭੂ ਪਰਮੇਸ਼ਰ ਦਾ ਕੰਮ ਕਰਦੇ ਰਹੀਏ ਅਤੇ ਦੂਜੇ ਭੈਣ ਭਰਾਵਾਂ ਲਈ ਪ੍ਰਾਰਥਨਾ ਵੀ ਕਰਦੇ ਰਹੀਏ ਤਾਂ ਪ੍ਰਭੂ ਸਾਨੂੰ ਸਭ ਭੈਣ ਭਰਾਵਾਂ ਨੂੰ ਬਰਕਤਾਂ ਦੇਵੇਗਾ, ਅਸੀਸਾਂ ਦੇ ਮਾਲੋ ਮਾਲ ਕਰੇਗਾ। ਇਬਰਾਨੀਅਨ ਚੈਪਟਰ 1 ਐਟ 2 ਜਾਂ 3 ਅਸੀਂ ਇਹ ਪੜ੍ਹਾਂਗੇ। ਜੋ ਵੀ ਵਚਨ ਦੱਸੇ ਹਨ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹੈਬਰੂ ਚੈਪਟਰ 1 ਵਰਸਿਸ 2 and 3। ਇਹਨਾਂ ਵਚਨਾਂ ਵਿੱਚ ਦੱਸਿਆ ਗਿਆ ਕਿ ਪਰਮੇਸ਼ਰ ਪੁਰਾਣੇ ਸਮੇਂ ਵਿੱਚ ਸਾਡੇ ਪੁਰਖਿਆਂ ਨਾਲ ਨਬੀਆਂ ਰਾਹੀਂ ਬੋਲਦਾ ਸੀ, ਪਰ ਇਸ ਸਮੇਂ ਉਹ ਆਪਣੇ ਪੁੱਤਰ ਰਾਹੀਂ ਬੋਲਦਾ ਹੈ। ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਪ੍ਰਭੂ ਸਭ ਦੇ ਨਾਲ ਗੱਲਬਾਤ ਕਰਦਾ ਹੈ। ਉਹ ਹੀ ਸੰਸਾਰ ਦਾ ਰਚਨਹਾਰ ਹੈ। ਸਭ ਚੀਜ਼ਾਂ ਉਸ ਦੇ ਦੁਆਰਾ ਹੀ ਰਚੀਆਂ ਗਈਆਂ ਹਨ। ਉਹੀ ਪਰਮੇਸ਼ਰ ਦਾ ਸਰੂਪ ਹੈ ਅਤੇ ਉਹ ਸਭ ਮਨੁੱਖ ਜਾਤੀ ਦੇ ਪਾਪਾਂ ਦੀ ਮੁਕਤੀ ਦਾ ਕੰਮ ਖਤਮ ਕਰਕੇ ਪਰਮੇਸ਼ਰ ਦੇ ਸੱਜੇ ਹੱਥ 'ਤੇ ਜਾ ਬੈਠਾ। ਸੋ ਮੇਰੇ ਭੈਣ ਪ੍ਰਭੂ ਯਿਸੂ ਪਰ ਵਿਸ਼ਵਾਸ ਕਰੋ ਕਿਉਂਕਿ ਉਹੀ ਸਭ ਸੰਸਾਰ ਦੇ ਮੁਕਤੀ ਦਾਤਾ ਹਨ। ਔਰ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਪਰਮੇਸ਼ਰ ਦਾ ਕੰਮ ਕਰਦੇ ਰਹੋ। ਪਰਮੇਸ਼ਰ ਦਾ ਵਚਨ ਅਸੀਂ ਆਪਣੇ ਦੂਸਰੇ ਭੈਣ ਭਰਾ ਜਿਹੜੇ ਅਜੇ ਪ੍ਰਭੂ ਦੇ ਨਾਮ ਤੋਂ ਜਾਣੂ ਨਹੀਂ ਹਨ ਉਹਨਾਂ ਨੂੰ ਪ੍ਰਭੂ ਪਰਮੇਸ਼ਰ ਦੇ ਕੋਲ ਲੈ ਕੇ ਆਈਏ। ਪ੍ਰਭੂ ਪਰਮੇਸ਼ਰ ਦਾ ਉਹਨਾਂ ਨੂੰ ਵਚਨ ਸੁਣਾਈਏ
ਜਿਸ ਤਰ੍ਹਾਂ ਇਹਨਾਂ ਸੰਤਾਂ ਨੇ, ਸੰਤ ਪਤਰਸ, ਸੰਤ ਥੋਮਸ, ਸੰਤ ਪੌਲੁਸ ਨੇ ਪ੍ਰਭੂ ਦਾ ਕੰਮ ਡਟ ਕੇ ਬੜੀ ਮਿਹਨਤ ਨਾਲ ਕੀਤਾ ਹੈ। ਅਸੀਂ ਵੀ ਪ੍ਰਭੂ ਦਾ ਕੰਮ ਇਸੇ ਤਰ੍ਹਾਂ ਹੀ ਕਰਨਾ ਹੈ, ਜਿਸ ਤਰ੍ਹਾਂ ਪ੍ਰਭੂ ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇਗਾ ਔਰ ਸਵਰਗੀ ਇਨਾਮ ਦੇਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਜੀਸਸ। ਮੇਰੇ ਭੈਣ ਭਰਾਵਾਂ, ਹੁਣ ਅਸੀਂ ਸੰਤ यूहन्ना ਦੀ ਇੰਜੀਲ, ਸੰਤ यूहन्ना ਦੀ ਇੰਜੀਲ ਚੈਪਟਰ 20 24 ਤੋਂ 29 ਐਤਾਂ ਪੜਾਂਗੇ। ਸੈਂਟ ਜੌਨ ਚੈਪਟਰ 20 verses 24 till 29. Jesus appears to Thomas. ਪ੍ਰਭੂ ਯਿਸੂ ਅਤੇ ਥੋਮਾ। 12 ਚੇਲਿਆਂ ਵਿੱਚੋਂ ਇੱਕ ਥੋਮਾ ਸੀ, ਜਿਹੜਾ ਦਿਦਿਮੁਸ ਵੀ ਅਖਵਾਉਂਦਾ ਸੀ। ਜਦੋਂ ਯਿਸੂ ਆਏ ਤਾਂ ਉਹ ਚੇਲਿਆਂ ਦੇ ਨਾਲ ਨਹੀਂ ਸਨ। ਇਸ ਲਈ ਜਦੋਂ ਦੂਜੇ ਚੇਲਿਆਂ ਨੇ ਉਸ ਨੂੰ ਦੱਸਿਆ, ਅਸੀਂ ਪ੍ਰਭੂ ਯਿਸੂ ਨੂੰ ਦੇਖਿਆ ਹੈ, ਤਾਂ ਥੋਮਾ ਨੇ ਉਹਨਾਂ ਨੂੰ ਉੱਤਰ ਦਿੱਤਾ, ਜਦੋਂ ਤੱਕ ਮੈਂ ਉਹਨਾਂ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਨਾ ਦੇਖਾਂ ਅਤੇ ਆਪਣੀਆਂ ਉਂਗਲਾਂ ਕਿੱਲਾਂ ਵਾਲੀ ਥਾਂ 'ਤੇ ਨਾ ਲਾਵਾਂ ਅਤੇ ਆਪਣਾ ਹੱਥ ਉਹਨਾਂ ਦੀ ਵੱਖੀ ਵਾਲੇ ਜ਼ਖਮ ਦੀ ਥਾਂ ਵਿੱਚ ਨਾ ਪਾਵਾਂ, ਮੈਂ ਵਿਸ਼ਵਾਸ ਨਹੀਂ ਕਰਾਂਗਾ। 8 ਦਿਨਾਂ ਪਿੱਛੋਂ ਚੇਲੇ ਫਿਰ ਘਰ ਵਿੱਚ ਇਕੱਠੇ ਹੋਏ ਸਨ ਤੇ ਥੋਮਾ ਵੀ ਉਹਨਾਂ ਦੇ ਨਾਲ ਸੀ। ਬੂਹੇ ਬੰਦ ਸਨ, ਪਰ ਫਿਰ ਵੀ ਯਿਸੂ ਅੰਦਰ ਆ ਗਏ ਅਤੇ ਉਹਨਾਂ ਦੇ ਵਿਚਕਾਰ ਖੜੇ ਹੋ ਕੇ ਬੋਲੇ, ਤੁਹਾਨੂੰ ਸ਼ਾਂਤੀ ਮਿਲੇ। ਇਸ ਦੇ ਪਿੱਛੋਂ ਯਿਸੂ ਨੇ ਥੋਮਾ ਨੂੰ ਆਖਿਆ, ਆਪਣੀ ਉਂਗਲੀ ਉਰੇ ਕਰ ਅਤੇ ਦੇਖ ਮੇਰੇ ਹੱਥ, ਨਾਲੇ ਆਪਣਾ ਹੱਥ ਮੇਰੀ ਵੱਖੀ ਵਿੱਚ ਪਾ ਕੇ ਵੀ ਵੇਖ ਅਤੇ ਆਪਣੇ ਸ਼ੱਕ ਨੂੰ ਦੂਰ ਕਰ ਅਤੇ ਵਿਸ਼ਵਾਸ ਕਰ। ਥੋਮਾ ਤੁਰੰਤ ਬੋਲ ਉੱਠਿਆ, ਮੇਰੇ ਪ੍ਰਭੂ, ਮੇਰੇ ਪਰਮੇਸ਼ਰ। ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਤੂੰ ਮੈਨੂੰ ਦੇਖ ਲਿਆ ਹੈ, ਪਰ ਧੰਨ ਉਹ ਜਿਹੜੇ ਬਿਨਾਂ ਮੈਨੂੰ ਦੇਖਿਆ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਅਸੀਂ ਸਭ ਪ੍ਰਭੂ ਯਿਸੂ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਦੀ ਇੱਛਾ ਕਰਦੇ ਹਾਂ, ਉਸ ਨੂੰ ਛੂਹ ਲੈਣ ਦੀ ਇੱਛਾ ਕਰਦੇ ਹਾਂ, ਉਸ ਦੇ ਮੂੰਹੋਂ ਹਰ ਵਚਨ ਸੁਣਨ ਦੀ ਇੱਛਾ ਕਰਦੇ ਹਾਂ ਅਤੇ ਕਿਸੇ ਸਮੇਂ ਵੀ ਅਸੀਂ ਉਸ ਨਾਲ ਬੈਠ ਕੇ ਉਸ ਤੋਂ ਸਿੱਖਿਆ ਲੈਣਾ ਪਸੰਦ ਕਰਦੇ ਹਾਂ। ਇਹ ਸਭ ਇਨਸਾਨ ਦੀ ਇੱਛਾ ਹੈ। ਥੋਮਸ ਪ੍ਰਭੂ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ, ਜਿਹੜਾ ਪ੍ਰਭੂ ਯਿਸੂ ਦੀ ਸਰੀਰਕ ਹਜ਼ੂਰੀ, ਫਿਜ਼ੀਕਲ ਪ੍ਰੈਸੈਂਸ ਜਾਣਨਾ ਚਾਹੁੰਦਾ ਸੀ, ਪਰ ਪਰਮੇਸ਼ਰ ਦਾ ਪਲਾਨ ਹੋਰ ਜ਼ਿਆਦਾ ਬੁੱਧੀਮਾਨ ਸੀ। ਉਹ ਆਪਣੇ ਆਪ ਨੂੰ ਇੱਕ ਸਰੀਰ ਤੱਕ ਰਹਿਣ ਲਈ ਸੀਮਿਤ ਨਹੀਂ ਹੈ, ਉਹ ਸਾਡੇ ਨਾਲ ਹਮੇਸ਼ਾ ਰਹਿਣਾ ਚਾਹੁੰਦਾ ਹੈ। ਇਸ ਸਮੇਂ ਵੀ ਉਹ ਪਵਿੱਤਰ ਆਤਮਾ ਦੇ ਸਰੂਪ ਵਿੱਚ ਸਾਡੇ ਸਭ ਦੇ ਨਾਲ ਹੈ। ਅਸੀਂ ਉਸ ਨਾਲ ਗੱਲਬਾਤ ਕਰ ਸਕਦੇ ਹਾਂ ਅਤੇ ਪਵਿੱਤਰ ਬਾਈਬਲ ਦੇ ਪੇਜਸ, ਉਸ ਦੇ ਕਹੇ ਹੋਏ ਵਚਨ ਲੱਭ ਸਕਦੇ ਹਾਂ। ਪ੍ਰਭੂ ਦੇ ਪਵਿੱਤਰ ਬਾਈਬਲ ਦੇ ਵਚਨਾਂ ਵਿੱਚੋਂ ਅਸੀਂ ਪ੍ਰਭੂ ਨੂੰ ਲੱਭ ਸਕਦੇ ਹਾਂ। ਪ੍ਰਭੂ ਯਿਸੂ ਮਸੀਹ ਅਸਲੀਅਤ ਤੌਰ 'ਤੇ ਸਾਨੂੰ ਮਿਲ ਸਕਦਾ ਹੈ ਅਤੇ ਸਾਡੇ ਨਾਲ ਬੋਲ ਸਕਦਾ ਹੈ, ਜਿਸ ਤਰ੍ਹਾਂ ਉਹ ਥੋਮਸ ਨੂੰ ਦਰਸ਼ਨ ਦੇ ਕੇ ਉਸ ਨਾਲ ਬੋਲਿਆ ਸੀ। ਪ੍ਰਭੂ ਯਿਸੂ ਮਸੀਹ ਥੋਮਸ ਦੀ ਸ਼ੱਕ ਉੱਪਰ ਸਖਤ ਨਹੀਂ ਸਨ ਅਤੇ ਨਾ ਹੀ ਉਹ ਉਸ ਨਾਲ ਗੁੱਸੇ ਨਾਲ ਬੋਲਦੇ ਸਨ। ਥੋਮਸ ਆਪਣੀ ਸ਼ੱਕ ਦੇ ਬਾਵਜੂਦ ਵੀ ਉਹ ਅਜੇ ਵੀ ਦੂਸਰੇ ਚੇਲਿਆਂ ਅਤੇ ਯਿਸੂ ਮਸੀਹ ਦੇ ਵਫਾਦਾਰ ਸੀ। ਕੁਝ ਲੋਕ ਵਿਸ਼ਵਾਸ ਕਰਨ ਤੋਂ ਪਹਿਲਾਂ ਸ਼ੱਕ ਕਰਦੇ ਹਨ। ਮੇਰੇ ਭੈਣ ਭਰਾਵੋ, ਅਗਰ ਸ਼ੱਕ ਵਾਲੇ ਪ੍ਰਸ਼ਨ ਨੂੰ ਉੱਤਰ ਮਿਲਦੇ ਹਨ ਅਤੇ ਜੇਕਰ ਉਹ ਉੱਤਰ ਸਵੀਕਾਰ ਕੀਤੇ ਜਾਣ, ਮੰਨੇ ਜਾਣ, ਤਦ ਸਮਝੋ ਕਿ ਸ਼ੱਕ ਦੂਰ ਹੋ ਗਈ ਹੈ, ਠੀਕ ਆਨਸਰ ਮਿਲੇ ਹਨ। ਇਹ ਸ਼ੱਕ ਜਿੱਦੀ
ਬਣ ਜਾਂਦੀ ਹੈ ਅਤੇ ਜਿੱਦ ਬਹੁਤ ਘਮੰਡ ਕਰਨ ਵਾਲਾ ਜੀਵਨ ਬਣ ਜਾਂਦਾ ਹੈ। ਕਈ ਵਾਰ ਅਸੀਂ ਜਿੱਦ ਕਰਕੇ ਵੀ ਸ਼ੱਕ ਨੂੰ ਦੂਰ ਨਹੀਂ ਕਰਦੇ, ਕਿਉਂਕਿ ਇਸ ਨਾਲ ਸ਼ੱਕ ਸਾਡੇ ਪ੍ਰਭੂ ਦੇ ਵਿਸ਼ਵਾਸ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸ਼ਾਂਤ ਮਨ ਨਾਲ ਅਸੀਂ ਪਰਮੇਸ਼ਰ ਦੀ ਆਰਾਧਨਾ ਨਹੀਂ ਕਰ ਸਕਦੇ। ਜਦੋਂ ਅਸੀਂ ਸ਼ੱਕ ਕਰਦੇ ਹਾਂ ਤੇ ਸ਼ੱਕ ਨੂੰ ਦੂਰ ਕਰਨ ਲਈ ਆਪਣੇ ਵਿਸ਼ਵਾਸ ਨਾਲ ਉਸ ਸ਼ੱਕ ਦੀ ਪੜਤਾਲ ਕਰਨੀ ਚਾਹੀਦੀ ਹੈ, ਜਦ ਤੱਕ ਸਾਨੂੰ ਸਹੀ ਜਾਂ ਠੀਕ ਉੱਤਰ ਨਹੀਂ ਮਿਲ ਸਕਦਾ। ਪ੍ਰਭੂ ਯਿਸੂ ਦੀ ਬੋਡੀ ਮੁਰਦਿਆਂ ਵਿੱਚੋਂ ਜੀ ਉੱਠਣ ਤੇ ਇੱਕ ਖਾਸ ਸਪੈਸ਼ਲ ਬੋਡੀ ਸਰੀਰ ਸੀ। ਉਸ ਦੀ ਬੋਡੀ ਦਾ ਮਾਸ ਤੇ ਖੂਨ ਸੇਮ ਨਹੀਂ ਸੀ ਜਿਸ ਤਰ੍ਹਾਂ ਲਾਜ਼ਰ ਦਾ ਸੀ ਜਦੋਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। ਪ੍ਰਭੂ ਯਿਸੂ ਦਾ ਸਰੀਰ ਹੁਣ ਸੇਮ ਨਿਯਮਾਂ ਦੇ ਅਧੀਨ ਨਹੀਂ ਸੀ ਜਿਸ ਤਰ੍ਹਾਂ ਉਹ ਆਪਣੀ ਮੌਤ ਤੋਂ ਪਹਿਲਾਂ ਸੀ, ਪਰ ਉਹ ਹੁਣ ਬੰਦ ਦਰਵਾਜ਼ੇ ਹੁੰਦੇ ਹੋਏ ਘਰ ਵਿੱਚ ਅੰਦਰ ਆ ਸਕਦਾ ਹੈ। ਫਿਰ ਵੀ ਉਹ ਗੋਸਟ ਜਾਂ ਭੂਤ ਨਹੀਂ ਸੀ, ਕਿਉਂਕਿ ਉਸ ਨੂੰ ਟੱਚ ਕੀਤਾ ਜਾ ਸਕਦਾ ਸੀ, ਉਸ ਨਾਲ ਗੱਲਬਾਤ ਕੀਤੀ ਜਾ ਸਕਦੀ, ਉਸ ਨਾਲ ਭੋਜਨ ਖਾ ਸਕਦੇ ਹਾਂ। ਪ੍ਰਭੂ ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਬਿਲਕੁਲ ਸੱਚ ਸੀ ਅਤੇ ਸਰੀਰਕ ਫਿਜ਼ੀਕਲ ਸੀ। ਉਹ ਕੋਈ ਬੁਰੀ ਭੈੜੀ ਜਾਂ ਕਿਸੇ ਹੋਰ ਵਿੱਚੋਂ ਨਿਕਲੀ ਹੋਈ ਆਤਮਾ ਨਹੀਂ ਸੀ। ਸੰਤ ਥੋਮਸ ਦੇ ਕਹਿ ਅਨੁਸਾਰ ਉਹ ਪ੍ਰਭੂ ਤੇ ਪਰਮੇਸ਼ਰ ਹੈ। ਕੁਝ ਲੋਕ ਪ੍ਰਭੂ ਯਿਸੂ ਪਰ ਵਿਸ਼ਵਾਸ ਨਹੀਂ ਕਰਦੇ ਜਦ ਤੱਕ ਉਹ ਕੋਈ ਮਿਰੇਕਲਸ ਜਾਂ ਚਿੰਨ੍ਹ ਨਹੀਂ ਦੇਖ ਲੈਂਦੇ। ਪਰ ਪ੍ਰਭੂ ਯਿਸੂ ਕਹਿੰਦੇ ਤੁਸੀਂ ਧੰਨ ਹੋ, ਬਲੈਸਡ ਹੋ, ਜਿਹੜੇ ਮੈਨੂੰ ਬਿਨਾਂ ਦੇਖਿਆ ਵਿਸ਼ਵਾਸ ਕਰਦੇ ਹਨ। ਮੇਰੇ ਭੈਣ ਭਰਾਵੋ, ਸਾਡੇ ਕੋਲ ਪਵਿੱਤਰ ਬਾਈਬਲ ਵਿੱਚ ਬਹੁਤ ਸਾਰੇ ਪ੍ਰੂਫ ਹਨ, ਵਿਸ਼ਵਾਸੀ ਚੇਲਿਆਂ ਦੀਆਂ ਗਵਾਹੀਆਂ ਵੀ ਹਨ। ਵਿਸ਼ਵਾਸ ਕਰੋ, ਕੋਈ ਸ਼ੱਕ ਵੀ ਨਾ ਕਰੋ। ਪਰਮੇਸ਼ਰ ਦੇ ਆਤਮਾ ਨਾਲ ਗੱਲਬਾਤ ਕਰ ਸਕਦੇ ਹਾਂ। ਉਹ ਪਵਿੱਤਰ ਬਾਈਬਲ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਉਹ ਪਵਿੱਤਰ ਬਾਈਬਲ ਦੇ ਸੰਬੰਧਿਤ ਹੋਰ ਵੀ ਆਪਣੇ ਗਿਆਨ ਨੂੰ ਵਧਾਉਣ ਲਈ ਧਾਰਮਿਕ ਇਤਿਹਾਸ ਨੂੰ ਵੀ ਪੜ੍ਹ ਸਕਦੇ ਹਾਂ। ਪ੍ਰਭੂ ਯਿਸੂ ਆਪਣੇ ਵਿਸ਼ਵਾਸੀਆਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਦਿੰਦਾ ਹੈ। ਕਈ ਚਮਤਕਾਰ ਵੀ ਦਿਖਾਉਂਦਾ ਹੈ ਕਿ ਸਾਡਾ ਵਿਸ਼ਵਾਸ ਕਾਇਮ ਰਹੇ। ਚਿੰਨ੍ਹਾਂ ਰਾਹੀਂ ਪ੍ਰਭੂ ਸਾਨੂੰ ਆਪਣੇ ਵਿਸ਼ਵਾਸ 'ਚ ਪੱਕਾ ਰੱਖਦਾ ਹੈ ਔਰ ਸਭ ਉੱਪਰ ਕਿਰਪਾ ਕਰਦਾ ਹੈ, ਦਇਆ ਕਰਦਾ, ਰਹਿਮ ਕਰਦਾ ਹੈ। ਪਰਮੇਸ਼ਰ ਦੇ ਵਚਨਾਂ ਨੂੰ ਮੇਰੇ ਭੈਣ ਭਰਾਵੋ ਪੜ੍ਹਦੇ ਰਹੋ, ਸੁਣਦੇ ਰਹੋ, ਅਤੇ ਪ੍ਰਭੂ ਆਪ ਸਾਰਿਆਂ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗ ਰਾਜ ਦੇ ਭਾਗੀ ਬਣਾਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਮੇਰੇ ਭਰਾਵੋ, ਮੈਂ ਅੱਜ ਤੋਂ 21-22 ਸਾਲ ਦੀ ਤੁਹਾਨੂੰ ਇੱਕ ਟੈਸਟਮਨੀ ਦੱਸ ਰਿਹਾ ਹਾਂ। ਜਿਸ ਤਰ੍ਹਾਂ ਇਹ ਥੋਮਸ ਵੀ ਵਿਸ਼ਵਾਸ ਨਹੀਂ ਉਸਨੇ ਕੀਤਾ, ਬਿਨਾਂ ਦੇਖੇ ਤੋਂ ਵਿਸ਼ਵਾਸ ਨਹੀਂ ਉਹਨੇ ਕੀਤਾ, ਇਸ ਤਰ੍ਹਾਂ ਮੈਂ ਵੀ ਵਿਸ਼ਵਾਸ ਨਹੀਂ ਸੀ ਕਰਦਾ, ਕਿਉਂਕਿ ਮੈਂ ਪੜ੍ਹਦਾ ਸੀ, ਜਦੋਂ ਬਾਈਬਲ ਪੜ੍ਹਦਾ ਸੀ ਤਾਂ ਮੈਨੂੰ ਵਿਸ਼ਵਾਸ ਨਹੀਂ ਸੁਣਦਾ ਕਿ ਯਿਸੂ ਮਸੀਹ ਕੌਣ ਆ। ਜਦੋਂ ਮੈਂ ਇਕੱਲਾ ਹੀ ਇਸ ਤਰ੍ਹਾਂ ਆਪਣੇ ਇਕੱਲਾ ਬੈਠ ਕੇ ਸ਼ਾਂਤਮਈ ਦੇ ਨਾਲ ਪ੍ਰਾਰਥਨਾ ਕਰ ਰਿਹਾ ਸੀ ਅਤੇ ਮੈਨੂੰ ਆਵਾਜ਼ ਆਈ, ਕੋਈ ਲਾਗੇ ਨਹੀਂ ਸੀ, ਮੈਨੂੰ ਆਵਾਜ਼ ਆਈ ਕਿ ਇਬਰਾਨੀਆਂ ਚੈਪਟਰ 11 ਪੜ੍ਹ। ਅਤੇ ਮੈਂ ਉਸ ਵੇਲੇ ਉੱਠ ਕੇ ਆਪਣੇ ਕਮਰੇ ਵਿੱਚ ਜਾ ਕੇ, ਆਪਣੇ ਕੰਮ 'ਤੇ ਮੈਂ ਬੈਠਾ ਸੀ, ਅਤੇ ਉੱਥੇ ਜਾ ਕੇ ਆਪਣੇ ਲੋਕਰ 'ਚੋਂ ਬਾਈਬਲ ਪੜ੍ਹੀ ਅਤੇ ਇਬਰਾਨੀਆਂ ਚੈਪਟਰ 11 ਪੜ੍ਹਿਆ। ਸਾਰਾ ਵਿਸ਼ਵਾਸ ਦੇ ਬਾਰੇ ਲਿਖਿਆ ਸੀ। ਉਹ ਸਾਰਾ ਚੈਪਟਰ ਪੜ੍ਹ ਕੇ ਮੇਰੇ ਮਨ ਨੂੰ ਵਿਸ਼ਵਾਸ ਹੋਇਆ। ਉਸ ਤੋਂ ਅੱਗੇ ਕਈ ਮਿਰੇਕਲਸ ਪ੍ਰਭੂ ਨੇ ਦਿਖਾਏ। ਸੋ ਮੇਰੇ ਭੈਣ ਪ੍ਰਭੂ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਦੇ ਅੱਗੇ ਦੁਆਵਾਂ ਕਰਦੇ ਰਹੋ, ਪ੍ਰਾਰਥਨਾ ਕਰੋ, ਪ੍ਰਭੂ ਸਾਨੂੰ ਜ਼ਰੂਰ
ਵਿਸ਼ਵਾਸ ਵਿੱਚ ਪੱਕੇ ਰੱਖਦਾ ਹੈ, ਆਪਦੇ ਵਚਨ ਪੜ੍ਹਨ ਦੇ ਲਈ ਵੀ ਸਾਨੂੰ ਦੱਸਦਾ ਹੈ। ਸੋ ਮੇਰੇ ਭੈਣ ਭਰਾਵੋ, ਅੱਜ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਸੰਤ ਥੋਮਸ ਦੀ ਫੀਸਟ ਹੈ, ਜਿਹਨੂੰ ਅਸੀਂ ਅਪੋਸਲ ਆਫ ਇੰਡੀਆ ਵੀ ਕਹਿੰਦੇ ਹਾਂ। ਸੰਤ ਥੋਮਸ ਪ੍ਰਭੂ ਦੇ 12 ਚੇਲਿਆਂ ਵਿੱਚੋਂ ਇੱਕ ਸੀ। ਸੰਤ ਥੋਮਸ ਰੋਮ ਸਾਮਰਾਜ ਤੋਂ ਬਾਹਰ ਯਾਤਰਾ ਕੀਤੀ ਅਤੇ ਸੀਰੀਆ ਪਹੁੰਚਿਆ, ਫਿਰ ਇੰਡੀਆ ਗਿਆ, ਜਿੱਥੇ ਉਸਨੇ ਕਈ ਚਰਚਾਂ ਦੀ ਸਥਾਪਨਾ ਕੀਤੀ, ਕਈ ਚਰਚ ਸਟੈਬਲਿਸ਼ ਕੀਤੇ। ਪ੍ਰਭੂ ਯਿਸੂ ਦੇ ਦੂਜੇ ਚੇਲਿਆਂ ਨੇ ਵੱਖਰੇ ਵੱਖਰੇ ਮੁਲਕਾਂ ਵਿੱਚ ਜਾ ਕੇ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਸੁਣਾਇਆ, ਬਿਨਾਂ ਬਾਈਬਲ ਤੋਂ ਪ੍ਰਭੂ ਦਾ ਪ੍ਰਚਾਰ ਕੀਤਾ। ਸੰਤ ਥੋਮਸ ਨੇ 50 AD ਇੰਡੀਆ ਵਿੱਚ ਚਰਚ ਸਥਾਪਿਤ ਕੀਤਾ। 50 AD we can say in 50 AD ਇੰਡੀਆ ਵਿੱਚ ਚਰਚ ਦੀ ਸਥਾਪਨਾ ਕੀਤੀ। ਚੌਥੀ ਸਦੀ ਵਿੱਚ ਕੈਥੋਲਿਕ ਚਰਚ ਨੇ 27 ਨਿਊ ਟੈਸਟਮੈਂਟ ਬੁੱਕਸ ਇਕੱਠੀਆਂ ਕੀਤੀਆਂ, ਨਵੇਂ ਨਿਯਮ ਦੀਆਂ ਜੋ ਬੁੱਕਸ ਇਕੱਠੀਆਂ ਕੀਤੀਆਂ ਅਤੇ ਪੁਰਾਣੇ ਨਿਯਮ ਦੇ ਵਿੱਚ ਜੋੜੀਆਂ। ਮੇਰੇ ਭੈਣ ਭਰਾਵੋ, ਅਸੀਂ ਵੀ ਸੰਤ ਥੋਮਸ ਨੂੰ, ਸੰਤ ਪਤਰਸ, ਸੰਤ ਪੌਲੁਸ, ਦੂਸਰੇ ਚੇਲਿਆਂ ਵਾਂਗ ਪ੍ਰਭੂ ਯਿਸੂ ਦਾ ਕੰਮ ਕਰਨਾ ਹੈ। ਅਸੀਂ ਸੰਤ ਥੋਮਸ ਨੂੰ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨ ਲਈ ਸਿਫਾਰਿਸ਼ ਕਰਦੇ ਹਾਂ ਕਿ ਪ੍ਰਭੂ ਪਰਮੇਸ਼ਰ ਸਾਡੇ ਵਿਸ਼ਵਾਸ ਵਿੱਚ ਸਾਨੂੰ ਪੱਕਿਆ ਰੱਖੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪ੍ਰਭੂ ਯਿਸੂ, ਥੈਂਕ ਯੂ ਜੀਸਸ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਅੱਜ ਦੇ ਵਚਨਾਂ, ਅੱਜ ਦੇ ਸਮੇਂ ਲਈ। ਅੱਜ ਸਾਨੂੰ ਤੁਸੀਂ ਆਪਦੇ ਚੇਲੇ ਸੰਤ ਥੋਮਸ ਬਾਰੇ ਦੱਸਿਆ ਹੈ, ਜਿਸ ਦੀ ਅੱਜ ਫੀਸਟ ਹੈ। ਅਸੀਂ ਪ੍ਰਭੂ ਜੀ ਆਪਦੇ ਅੱਗੇ ਦੁਆਵਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ। ਜਿੰਨੇ ਭੈਣ ਭਰਾ ਆਪਦਾ ਵਚਨ ਪੜ੍ਹ ਰਿਹਾ, ਸੁਣ ਰਿਹਾ, ਆਪਦੇ ਉੱਪਰ ਵਿਸ਼ਵਾਸ ਕਰਦੇ ਹਨ, ਸਾਡੇ ਵਿਸ਼ਵਾਸ ਨੂੰ ਤੁਸੀਂ ਕਾਇਮ ਰੱਖਣਾ, ਪੱਕੇ ਰੱਖਣਾ ਪ੍ਰਭੂ ਜੀ, ਹਰ ਸ਼ੈਤਾਨੀ ਤਾਕਤ ਤੋਂ ਬਚਾ ਕਰਨਾ। ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਜੀਸਸ, ਜੀਸਸ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ। ਪ੍ਰਭੂ ਦੇ ਪਿੱਤਰ ਚਰਨ ਚੜ੍ਹਾ ਕੇ ਦੁਆ ਕਰੀਏ, ਬੇਨਤੀ ਕਰੀਏ, ਉਸ ਦਾ ਧੰਨਵਾਦ ਕਰੀਏ। Hallelujah, hallelujah, hallelujah. Thank you, Jesus. Thank you. Praise the Lord. Thank you, Almighty God. We worship you. Have mercy on us, Lord. Thank you, Lord. Thank you, Almighty God. You are the ever-living God. Hallelujah, hallelujah. Praise the Lord Jesus. Thank you, Jesus. Thank you, Jesus. We love you, Lord Jesus. You are the Savior of the whole world, Lord Jesus. Thank you, Jesus. We believe in you, trust in you. You have forgiven us our sins, Lord Jesus. Thank you, Jesus. You give us a new life, Lord Jesus. Thank you, Jesus. Thank you, Jesus. Thank you, Jesus. We give you thanks for your holy blood, Lord Jesus. Thank you, Jesus. Hallelujah, hallelujah. Thank you, ਪਿਤਾ ਪਰਮੇਸ਼ਰ। ਥੈਂਕ ਯੂ ਪਿਤਾ ਪਰਮੇਸ਼ਰ। ਸਭ ਦੁਨੀਆ ਦੇ ਰਚਣ ਹਾਰੇ ਸਰਵ ਸ਼ਕਤੀਮਾਨ ਸਾਡੇ ਮੁਕਤਾ ਦੇ ਯਿਸੂ ਮਸੀਹ, ਅਸੀਂ ਅੱਜ ਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਅੱਜ ਦੇ ਵਕਤ, ਅੱਜ ਦੇ ਸਮੇਂ ਲਈ, ਅੱਜ ਦੇ ਵਚਨਾਂ ਲਈ ਧੰਨਵਾਦ ਕਰਦੇ ਪਏ ਯਿਸੂ ਜੀ। ਥੈਂਕ ਯੂ ਜੀਸਸ। ਜਿੰਨੇ ਸਾਡੇ ਭੈਣ ਭਰਾ ਅੱਜ ਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਅੱਗੇ ਦੁਆਵਾਂ ਕਰਦੇ, ਬੇਨਤੀ ਕਰਦੇ ਹਾਂ, ਸਾਡੇ ਸਭ ਤੇ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ ਹੈ ਪਰ ਯਿਸੂ ਨਾਮ ਸੀ। ਅਸੀਂ ਆਪਦੇ ਅੱਗੇ ਦੁਆ ਕਰਦੇ, ਬੇਨਤੀ ਕਰਦੇ ਪਏ ਯਿਸੂ ਨਾਮ ਸੀ। ਪਰ ਯਿਸੂ ਸਾਨੂੰ ਆਪਦੇ ਵਿਸ਼ਵਾਸ 'ਚ ਪੱਕੇ ਰੱਖਣਾ, ਹਰ ਸ਼ੱਕ ਤੋਂ ਦੂਰ ਰੱਖਣਾ ਪਈ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਆਪਦੇ ਵਚਨ ਸੱਚੇ ਰਹਿਣ, ਪਿਤਾ ਧੰਨ ਪਈ ਯਿਸੂ ਨਾਮ ਦਾ ਨਾਮ ਪਵਿੱਤਰ, ਦਾ ਨਾਮ ਸ਼ੁੱਧ ਹੈ ਯਿਸੂ ਜੀ, ਮਹਾਨ ਹੈ, ਸ਼ਕਤੀਸ਼ਾਲੀ ਹੈ ਯਿਸੂ ਜੀ। ਥੈਂਕ ਯੂ ਥੈਂਕ ਯੂ ਜੀ। ਸਾਰੇ ਯਿਸੂ ਨਾਮ ਸੀ। ਪਰ ਤੁਸੀਂ ਕਿਹਾ ਕਿ ਧੰਨ ਉਹ ਜਿਹੜੇ ਮੈਨੂੰ ਬਿਨਾਂ ਦੇਖਿਆ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ। ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਪਰ ਅਸੀਂ ਵਿਸ਼ਵਾਸ ਕਰਦੇ ਨੇ, ਇੱਛਾ ਕਰਦੇ, ਆਪ ਨੂੰ ਪਿਆਰ ਕਰਦੇ ਹਾਂ, ਆਪਦੇ ਵਚਨਾਂ ਉੱਪਰ ਵਿਸ਼ਵਾਸ ਕਰਦੇ ਪਏ ਯਿਸੂ ਜੀ। ਤੁਸੀਂ ਸਾਡੇ ਸਵਰਗੀ ਡਾਕਟਰ ਹੋ ਯਿਸੂ ਜੀ। ਆਪਣੇ ਯਿਸੂ ਆਪਦੇ ਪਿੱਤਰ ਚੜ੍ਹ ਕੇ ਵਿਸ਼ਵਾਸ ਕਰਕੇ ਦੁਆ ਕਰਦੇ, ਬੇਨਤੀ ਕਰਦੇ। ਸਾਡੇ ਭੈਣ ਭਰਾ ਘਰਾਂ ਵਿੱਚ ਬਾਹਰ ਹਨ, ਹੌਸਪਿਟਲ 'ਚ ਬਾਹਰ, ਜਿਹਨਾਂ ਭੈਣ ਭਰਾ ਸ਼ੂਗਰ ਦੀ ਬਿਮਾਰੀ, ਆਸਮਾ, ਕੈਂਸਰ, ਸੋ ਦੀ ਬਿਮਾਰੀਆਂ ਹਨ, ਉਹਨਾਂ ਸਭ ਦੀ ਦੁਆ ਕਰਦੇ, ਬੇਨਤੀ ਕਰਦੇ ਹਾਂ। ਜੇ ਸਾਡੇ ਭੈਣ ਭਰਾ ਕੋਰੋਨਾ ਦੀ ਬਿਮਾਰੀ ਦੇ ਨਾਲ ਬਿਮਾਰ ਹਨ, ਪੀੜਤ ਹਨ, ਯਿਸੂ ਨਾਲ ਸਭ ਦੀ ਦੁਆ ਕਰਦੇ, ਬੇਨਤੀਆਂ ਕਰਦੇ, ਉਹਨਾਂ ਸਭ ਤੇ ਰਹਿਮ ਕਰੋ, ਦਇਆ ਕਰੋ ਉਹਨਾਂ ਨੂੰ। ਯਿਸੂ ਨਾਮ ਸੀ ਹਰ ਬਿਮਾਰੀ ਤੋਂ ਸ਼ਿਫਾ ਦਿਓ, ਤੰਦਰੁਸਤ ਚੰਗਾਈ ਦਿਓ ਯਿਸੂ ਨਾਮ ਸੀ। ਥੈਂਕ ਯੂ ਜੀ। ਅਸੀਂ ਆਪਦੇ ਦੁਆ ਕਰਦੇ ਹਾਂ ਆਪਣੇ ਭਰਾ ਪਾਸਟਰ ਰਸਮਾਸ ਯਿਸੂ ਨਾਮ ਸੀ, ਜੋ ਵੀ ਉਹਦੇ ਸਿਰ 'ਚ ਦੁੱਖ ਤਕਲੀਫ ਬਿਮਾਰੀ ਕਮਜ਼ੋਰ ਹੈ ਯਿਸੂ ਨਾਮ ਸੀ, ਤੁਸੀਂ ਜਾਣਦੇ ਹੋ। ਉਹ ਆਪਦਾ ਦਾਸ ਦਾ ਪੁੱਤਰ ਸੇਵਾਦਾਰ ਯਿਸੂ ਨਾਮ ਸੀ, ਉੱਥੇ ਰਹਿਮ ਕਰੋ, ਦਇਆ ਕਰੋ, ਕਿਰਪਾ ਕਰੋ ਯਿਸੂ। ਅਸੀਂ ਬਿਮਾਰੀ ਤੋਂ ਉਹਨੂੰ ਸ਼ਿਫਾ ਦਿਓ, ਤੰਦਰੁਸਤ ਦਿਓ ਯਿਸੂ ਨਾਮ ਸੀ। ਥੈਂਕ ਯੂ ਜੀ, ਥੈਂਕ ਯੂ ਜੀ। ਅਸੀਂ ਨਰਸਾਂ ਲਈ, ਡਾਕਟਰਾਂ ਲਈ, ਹਸਪਤਾਲ 'ਚ ਕੰਮ ਕਰਨ ਵਾਲੇ ਭੈਣ ਭਰਾ ਦੀ ਦੁਆ ਕਰਦੇ ਹਾਂ, ਜਿਹੜੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ, ਮਰੀਜ਼ਾਂ ਨੂੰ ਖਾਣ ਨੂੰ ਦਿੰਦੇ, ਉਹਨਾਂ ਦੀ ਸਫਾਈ ਕਰਦੇ ਹਨ ਯਿਸੂ ਨਾਮ ਸੀ। ਉਹਨਾਂ ਸਭ ਭੈਣ ਭਰਾ ਨੂੰ ਹਰ ਬਿਮਾਰੀ ਤੋਂ ਬਚਾ ਕਰੋ ਯਿਸੂ ਨਾਮ ਸੀ। ਥੈਂਕ ਯੂ ਜੀ, ਥੈਂਕ ਯੂ ਜੀ। ਸਾਲ ਯਿਸੂ ਨਾਮ ਸੀ, ਤੇਰਾ ਨਾਮ ਪਵਿੱਤਰ, ਤੇਰਾ ਨਾਮ ਸ਼ੁੱਧ ਹੈ ਯਿਸੂ ਨਾਮ ਸੀ। ਅਸੀਂ ਆਪਦੇ ਅੱਗੇ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ ਆਪਣੀਆਂ ਭੈਣਾਂ ਲਈ ਜਿਨ੍ਹਾਂ ਦੇ ਕੋਲ ਲੰਮੇ ਸਮੇਂ ਤੋਂ ਬੱਚਿਆਂ ਦੀ ਔਲਾਦ ਨਹੀਂ ਹੈ ਯਿਸੂ ਜੀ। ਪਲੀਜ਼ ਉਹਨਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਬੱਚਿਆਂ ਦਾ ਵਰਦਾਨ ਦਿਓ ਯਿਸੂ ਨਾਮ ਸੀ। ਥੈਂਕ ਯੂ ਜੀ, ਥੈਂਕ ਯੂ ਜੀ। ਸਾਲ ਯਿਸੂ ਨਾਮ ਸੀ।
ਅਸੀਂ ਆਪਦੇ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ ਆਪਣੇ ਭੈਣ ਭਰਾਵਾਂ ਨੇ ਜਿਹੜੇ ਪ੍ਰਚਾਰ ਕਰਦੇ ਹਨ ਤੇਰੇ ਨਾਮ ਨੂੰ ਵਧਾਉਂਦੇ ਆ ਫਲਾਉਂਦੇ ਆ ਯਿਸੂ ਨਾਮ ਅਸੀਂ ਜਿਸ ਤਰ੍ਹਾਂ ਬਿਸ਼ਪ ਲੋਕ ਫਾਦਰ ਲੋਕ ਸਿਸਟਰ ਪਾਸਟਰ ਲੋਕ ਚਰਚਾਂ ਦੇ ਲੀਡਰ ਤੇਰੇ ਨਾਮ ਨੂੰ ਵਧਾਉਂਦੇ ਹਨ ਤੇਰੇ ਨਾਮ ਦੇ ਤੇਰੇ ਵਚਨਾਂ ਦੀ ਵਾਧਾ ਕਰਦੇ ਹਨ ਵਿਕਾਸ ਕਰਦੇ ਹਨ ਪਰ ਯਿਸੂ ਨਾਮ ਅਸੀਂ ਉਹਨਾਂ ਸਭ ਭੈਣ ਭਰਾਵਾਂ ਦਾ ਵਚਨ ਸੁਣਦੇ ਹਨ ਜਿਹੜੇ ਅਜੇ ਵੀ ਨੇੜੇ ਵਿੱਚ ਹਨ ਪਰ ਯਿਸੂ ਜੀ ਪਲੀਜ਼ ਉਹਨਾਂ ਸਭ ਤੇ ਰਹਿਮ ਕਰਨਾ ਦਇਆ ਕਰਨੀ ਹਰ ਬਿਮਾਰੀ ਤੋਂ ਬਚਾ ਕਰਨਾ ਪਿਤਰ ਆਤਮਾ ਜੀ ਦੀ ਅਗਵਾਈ ਕਰਨੀ ਯਿਸੂ ਜੀ ਥੈਂਕ ਯੂ ਜੀ ਥੈਂਕ ਯੂ ਜਿਸ ਯਿਸੂ ਨਾਮ ਅਸੀਂ ਤੇਰਾ ਨਾਮ ਪਵਿੱਤਰ ਤੇਰਾ ਨਾਮ ਸ਼ੁੱਧ ਹੈ ਯਿਸੂ ਜੀ ਥੈਂਕ ਯੂ ਜੀ ਥੈਂਕ ਯੂ ਜਿਸ ਅਸੀਂ ਆਪ ਦੇ ਦੁਆ ਕਰਦੇ ਹਾਂ ਬੇਨਤੀ ਕਰਦੇ ਹਾਂ ਅਸੀਂ ਗਰੀਬ ਲੋੜਵੰਦ ਭੈਣ ਭਰਾ ਜਿਹੜੇ ਸਾਡੇ ਗਰੀਬ ਲੋੜਵੰਦ ਭੈਣ ਭਰਾ ਉਹਨਾਂ ਦੀ ਬੇਨਤੀਆਂ ਕਰਨੇ ਪਰ ਯਿਸੂ ਨਾਮ ਅਸੀਂ ਪਲੀਜ਼ ਉਹਨਾਂ ਦੇ ਮਦਦ ਕਰੋ ਸਹਾਇਤਾ ਕਰੋ ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ ਉਹਨਾਂ ਸਭ ਲਈ ਦੁਆ ਕਰਦੇ ਹਾਂ ਬੇਨਤੀਆਂ ਕਰਦੇ ਹਾਂ ਉਹਨਾਂ ਦੇ ਕੰਮ ਕਾਰ 'ਚ ਬਰਕਤ ਦਿਓ ਘਰ ਵਿੱਚ ਸ਼ਾਂਤੀ ਦਿਓ ਉਹਨਾਂ ਦੇ ਬੱਚੇ ਦੇ ਰਹਿਮ ਕਰੋ ਦਇਆ ਕਰੋ ਯਿਸੂ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਕੂਲ ਦੇ ਛੋਟੇ ਬੱਚਿਆਂ ਦੀ ਦੁਆ ਕਰਦੇ ਬੇਨਤੀ ਕਰਦੇ ਯਿਸੂ ਨਾਮ ਅਸੀਂ ਉਹਨਾਂ ਸਭ ਬੱਚਿਆਂ ਨੂੰ ਯਿਸੂ ਜੀ ਹਰ ਬਿਮਾਰੀ ਤੋਂ ਬਚਾ ਕਰਨਾ ਪਿਤਰ ਆਤਮਾ ਅਗਵਾਈ ਕਰਨੀ ਯਿਸੂ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਾਲੋ ਯਿਸੂ ਨਾਮ ਅਸੀਂ ਜਿੰਨੇ ਵੀ ਭੈਣ ਭਰਾ ਅਸੀਂ ਆਪਦਾ ਵਚਨ ਸੁਣ ਰਹੇ ਪੜ੍ਹ ਰਹੇ ਆਪਦੇ ਅੱਗੇ ਦੁਆਵਾਂ ਕਰਦੇ ਬੇਨਤੀ ਕਰਦੇ ਯਿਸੂ ਨਾਮ ਅਸੀਂ ਸਾਡੇ ਵੀ ਸਰੀਰ 'ਚ ਕੋਈ ਦੁੱਖ ਤਕਲੀਫ ਬਿਮਾਰੀ ਕਮਜ਼ੋਰ ਹੈ ਯਿਸੂ ਨਾਮ ਅਸੀਂ ਸਾਡੇ ਸਭ ਤੇ ਰਹਿਮ ਕਰਨਾ ਦਇਆ ਕਰਨੀ ਪਿਤਰ ਆਤਮਾ ਅਗਵਾਈ ਕਰਨੀ ਹਰ ਬਿਮਾਰੀ ਤੋਂ ਬਚਾ ਕਰਨਾ ਯਿਸੂ ਜੀ ਸਾਡੇ ਵਿਸ਼ਵਾਸ ਨੂੰ ਵਧਾ ਕੇ ਰੱਖਣਾ ਯਿਸੂ ਨਾਮ ਅਸੀਂ ਹਰ ਸ਼ੱਕ ਤੋਂ ਦੂਰ ਰੱਖਣਾ ਯਿਸੂ ਨਾਮ ਅਸੀਂ ਹਰ ਸ਼ੈਤਾਨੀ ਤਾਕਤ ਤੋਂ ਬਚਾ ਕੇ ਰੱਖਣਾ ਯਿਸੂ ਨਾਮ ਅਸੀਂ ਥੈਂਕ ਯੂ ਜੀ ਥੈਂਕ ਯੂ ਜੀ ਸਾਲੋ ਯਿਸੂ ਨਾਮ ਅਸੀਂ ਸਭ ਭੈਣ ਭਰਾ ਮਿਲ ਕੇ ਆਪਦੇ ਅੱਗੇ ਦੁਆਵਾਂ ਕਰਦੇ ਬੇਨਤੀ ਕਰਦੇ ਯਿਸੂ ਨਾਮ ਅਸੀਂ ਜੋ ਵੀ ਇਹ ਬਿਮਾਰੀਆਂ ਸੰਸਾਰ ਵਿੱਚ ਫੈਲੀਆਂ ਹਨ ਯਿਸੂ ਨਾਮ ਅਸੀਂ ਇਹ ਸਭ ਬਿਮਾਰੀਆਂ ਨੂੰ ਨਰਕ ਦੀ ਅੱਗ ਵਿੱਚ ਸੁੱਟ ਦਿਓ ਯਿਸੂ ਜੀ ਥੈਂਕ ਯੂ ਥੈਂਕ ਯੂ ਜਿਸ ਫਿਰ ਤੋਂ ਦੁਬਾਰਾ ਸੰਸਾਰ ਵਿੱਚ ਸ਼ਾਂਤੀ ਪੈਦਾ ਕਰੋ ਯਿਸੂ ਜੀ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਯਿਸੂ ਨਾਮ ਅਸੀਂ ਥੈਂਕ ਯੂ ਥੈਂਕ ਯੂ ਜੀ ਸਾਲੋ ਯਿਸੂ ਨਾਮ ਅਸੀਂ ਤੇ ਨਾਮ ਦੀ ਮਹਿਮਾ ਤੇ ਨਾਮ ਦੀ ਵਡਿਆਈ ਕਰਦੇ ਯਿਸੂ ਨਾਮ ਅਸੀਂ ਸਭ ਭੈਣ ਭਰਾ ਵਿਸ਼ਵਾਸ ਕਰਕੇ ਆਪਦੇ ਅੱਗੇ ਦੁਆ ਕਰਦੇ ਬੇਨਤੀ ਕਰਦੇ ਹਾਂ ਤੁਸੀਂ ਸਵਰਗਾਂ 'ਚ ਆਪਦੇ ਪਿਤਾ ਸੱਜੇ ਪਾਸੇ ਬੈਠੇ ਹੋ ਸਭ ਦੀ ਦੁਆ ਸੁਣਦੇ ਹੋ ਸਾਡੀ ਵੀ ਦੁਆ ਸੁਣਨਾ ਕਬੂਲ ਕਰਨਾ ਆਪਦੇ ਪਿਤਾ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰ ਮੰਗਦੇ ਹਾਂ ਆਮੀਨ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ प्रभु यीशु मसीह सिखाई प्रार्थना ऐ साडे बाप जो तू आसमान ते है तेरा नाम पाक मने जावे तेरा राज जावे तेरी मर्जी जिहड़ी आसमान ते पूरी हुंदी है जमीन ते पूरी होवे साडे रोज़ दी रोटी सानू अज दे साडे कसूर सानू माफ़ कर जिस तरह असीं अपने कसूर माफ़ करदे हां सानू ज़मैश विच ना पा सगों बुराई तो बचा क्योंकि बादशाह कुदरत जलाल सदा ते हमेशा आपदे हन आमीन मां मरियम सारे संतां दे फरिश्तियां नू खास करके संत थॉमस असीं इन्हां सब नू सिफारिश करदे हां ਸਾਡੇ ਸਭ ਭੈਣ ਭਰਾਵਾਂ ਲਈ ਦੁਆ ਕਰੋ ਪ੍ਰਾਰਥਨਾ ਕਰੋ ਜਿਹੜੇ ਪ੍ਰਭੂ ਦਾ ਪ੍ਰਚਾਰ ਕਰਦੇ ਹਨ ਪ੍ਰਭੂ ਉਹਨਾਂ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਅਗਵਾਈ ਕਰੇ ਔਰ ਹਰ ਬਿਮਾਰੀ ਤੋਂ ਬਚਾ ਕੇ ਰੱਖੇ थैंक यू प्रभु जी थैंक यू जीसस सलाम है मरियम फरीना परियो खुदाबंद ते नाल है तू औरतां विचों ताहने नाल ताहना तेरे पेट दा फल यीशु ऐ हज़रत मरियम खुदा दी मां असां गुनाहगारां दी दुआ कर हुण ते साडी मौत दे वेले आमीन बाप बेटा ते रूपा दी वडियाई होवे जेहड़े मुंडों संत हमेशा होएगी आमीन थैंक यू जीसस थैंक यू जीसस थैंक यू जीसस प्रभु यीशु मसीह कृपा दया ते शांति साडे सब भैण भरावां दे नाल होवे आमीन बाप बेटा ते रूपा नाम ते आमीन गॉड ब्लेस यू